पंजाबी कल्चर चैनल देख रहे सारे दोस्तों ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਹਾਨੂੰ ਅਕਸਰ ਅਸੀਂ ਵੱਖ-ਵੱਖ ਸ਼ਖਸੀਅਤ ਨਾਲ ਤੁਹਾਡੀ ਜਾਣ ਪਹਿਚਾਣ ਕਰਵਾਉਂਦੇ ਰਹਿੰਦੇ ਹਾਂ, ਇਸ ਤਰ੍ਹਾਂ ਹੀ ਅੱਜ ਸਾਡੇ ਵਿਚਕਾਰ ਇੱਕ ਅਜਿਹੀ ਸ਼ਖਸੀਅਤ ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ ਦੇ ਵਿੱਚ, ਪੱਤਰਕਾਰੀ ਦੇ ਖੇਤਰ ਦੇ ਵਿੱਚ ਇੱਕ ਆਪਣੀ ਵਿਲੱਖਣ ਪਹਿਚਾਣ ਹੈ। ਮੇਰੀ ਮੁਰਾਦ ਹੈ ਸਾਡੇ ਵਿਚਕਾਰ ਅੱਜ ਰਣਜੀਤ ਸਿੰਘ ਸੀਤਲ, ਜਿਹੜੇ ਕਿ ਦਿਲਵਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਨੇ। ਉੱਥੋਂ ਉਹ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ। ਰਣਜੀਤ ਸਿੰਘ ਜੀ, ਸੀਤਲ ਸਾਹਿਬ, ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਹੈ। ਉਹ ਸਫ਼ਰ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ, ਕੀ ਤਕਲੀਫਾਂ ਆਈਆਂ ਜਾਂ ਉਹਨਾਂ ਦੇ ਅੱਗੇ ਕੀ ਕਰਨ ਜਾ ਰਹੇ ਨੇ, ਇਹ ਸਾਰੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ। ਰਣਜੀਤ ਸਿੰਘ ਜੀ, ਸੀਤਲ ਸਾਹਿਬ, ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਹੈ। ਤੇ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਹਾਡੀਆਂ ਪ੍ਰਾਪਤੀਆਂ ਦੇ ਲਈ, ਖਾਸ ਕਰਕੇ ਤੁਹਾਡੀ ਜਿਵੇਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਜੰਮਪਲ ਕਿੱਥੋਂ ਦੇ ਹੋ ਤੇ ਹੁਣ ਤੁਸੀਂ ਕਿੱਥੇ ਰਹਿੰਦੇ ਹੋ? ਸਭ ਤੋਂ ਪਹਿਲਾਂ ਜੀ ਮੈਂ ਪੰਜਾਬੀ ਕਲਚਰ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਵੀਰ ਜੀ, ਮੇਰਾ ਪਿੰਡ ਹੈਗਾ ਗੰਡੂਆ, ਜੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਹੈ। ਔਰ ਗੰਡੂਆ ਪਿੰਡ ਕਿਸੇ ਪੰਜਾਬ ਦੇ ਵਿੱਚ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਕਿਉਂਕਿ ਗੰਡੂਆ ਪਿੰਡ ਬਹੁਤ ਉੱਥੇ ਦੇ ਲੋਕ, ਸਾਡਾ ਉੱਥੇ ਖੇਤੀਬਾੜੀ ਦਾ ਜਿਹੜਾ ਕਿੱਤਾ ਹੈ ਮੁੱਖ, ਤੇ ਪਿੰਡ ਦਾ ਸੱਭਿਆਚਾਰ ਹਰ ਪੱਖ, ਹਰ ਖੇਤਰ ਦੇ ਵਿੱਚ ਸਾਡਾ ਜਿਹੜਾ ਪਿੰਡ ਹੈ, ਤਰੱਕੀਆਂ ਤੇ ਬਹੁਤ ਸਾਰੀਆਂ ਮਹਾਨ ਹਸਤੀਆਂ ਸਾਡੇ ਪਿੰਡ ਹੋਈਆਂ ਨੇ। ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਪਿੰਡ ਗੰਡੂਆ ਦਾ ਜਾਂਦਾ। ਤੇ ਫਿਰ ਤੁਸੀਂ ਆ ਕੇ ਦਿਲਵੇ ਕਿਵੇਂ ਰਹਿਣ ਲੱਗੇ? ਤੇ ਅਸਲ ਵਿੱਚ ਵੀਰ ਜੀ, ਮੈਂ ਕਾਲਜ ਦੇ ਵਿੱਚ ਸਲਾਮ ਪੜ੍ਹਦਾ ਹੁੰਦਾ ਸੀਗਾ, ਤੇ ਕਾਲਜ ਦੇ ਦੌਰਾਨ ਮੈਨੂੰ ਸੁਲੱਖਣ ਆਪਣੇ ਸੁਲੱਖਣ ਮੀਤ ਦੀ ਪ੍ਰਿੰਸੀਪਲ ਹੁੰਦੇ ਤੇ ਮੈਨੂੰ ਉੱਥੇ ਖੇਡ ਲਈ ਸਾਹਿਤਕ ਸਰਗਰਮੀਆਂ ਦੀ, ਤੇ ਸਾਹਿਤਕ ਸਰਗਰਮੀਆਂ ਦੌਰਾਨ ਮੈਂ ਉੱਥੇ ਕੀ ਕਰਦਾ, ਲਾਇਬ੍ਰੇਰੀ ਦੇ ਵਿੱਚ ਅਖਬਾਰ ਪੜ੍ਹਦਾ ਜੀ। ਅਖਬਾਰ ਪੜ੍ਹਨ ਦੇ ਦੌਰਾਨ ਮੈਨੂੰ ਖੇਡ ਪੈ ਗਈ ਲਿਖਣ ਦੀ। ਔਰ ਮੈਂ ਸੋਚਿਆ ਵੀ ਯਾਰ ਅਖਬਾਰ ਬਹੁਤ ਵਧੀਆ ਹੈ, ਕਿਉਂਕਿ ਅਖਬਾਰ ਸਾਡੀ ਸਾਹਿਤਕ ਭੁੱਖ ਪੂਰੀ ਕਰਦੇ ਨੇ। ਤੇ ਉਸ ਤੋਂ ਬਾਅਦ ਮੈਂ ਕਹਾਣੀਆਂ ਦੇ ਵਿੱਚ ਪਿਆ ਤੇ ਮੈਂ ਅਖਬਾਰਾਂ ਦੇ ਵਿੱਚ ਲਿਖਣ ਲੱਗਿਆ। ਜਦੋਂ ਅਖਬਾਰਾਂ ਦੇ ਵਿੱਚ ਮੈਂ ਹੌਲੀ ਹੌਲੀ ਕੋਈ ਗਜ਼ਲ ਵਗੈਰਾ, ਕੋਈ ਰਚਨਾ ਲਿਖਦਾ, ਤੇ ਹੌਲੀ ਹੌਲੀ ਜਦੋਂ ਮੇਰੀਆਂ ਛਪਣ ਲੱਗ ਗਈਆਂ, ਤੇ ਉਸ ਤੋਂ ਬਾਅਦ ਮੈਂ ਲਿਖਦਾ ਰਿਹਾ। ਤੇ ਮੈਨੂੰ ਮੇਰੇ ਅੰਦਰ ਇੱਕ ਉਹ ਹੋਇਆ ਤੇ ਮੈਂ ਵੀ ਕੋਈ ਅਖਬਾਰ ਦਾ ਰਿਪੋਰਟਰ ਕਿਉਂ ਨਾ ਬਣਾ, ਕਿਉਂਕਿ ਨਹੀਂ, ਤੁਸੀਂ ਲਿਖਣਾ ਕਿਹੜੇ ਸਾਲ ਸ਼ੁਰੂ ਕਰਤਾ ਸੀ ਫਿਰ? ਹਾਂਜੀ, ਤੇ ਉਸ ਟਾਈਮ ਤੇ ਬਾਈ ਜੀ, ਜਦੋਂ ਮੈਂ ਉੱਥੇ ਦੇਖਿਆ ਵੀ ਪੱਤਰਕਾਰਾਂ ਦੀ ਵਧੀਆ ਦੌਰ ਹੈ 1990 ਦੇ ਵਿੱਚ, ਮੇਰੇ ਅੰਦਰ ਇਸੇ ਤਰ੍ਹਾਂ ਹੋ ਗਿਆ ਵੀ ਮੇਰਾ ਉਦੇਸ਼ ਇਹ ਸੀ ਵੀ ਮੈਂ ਕੋਈ ਵਧੀਆ ਅਖਬਾਰ ਦਾ ਰਿਪੋਰਟਰ ਬਣਾ। ਤੇ ਮੈਂ ਵੀ ਉੱਥੇ ਕਾਲਜ ਦੇ ਦੌਰਾਨ ਭਗਵੰਤ ਮਾਨ, ਅਸੀਂ ਅੱਗੇ ਪਿੱਛੇ ਕਲਾਸ ਵਿੱਚ ਪੜ੍ਹਦੇ ਹੁੰਦੇ ਸੀ, ਤੇ ਉਸ ਟਾਈਮ ਤੇ ਮੈਂ ਵੀ ਉੱਥੇ ਚੜ੍ਹਦੀ ਕਲਾ ਬੈਂਕ ਦੇ ਪੇਪਰ ਦੇਣ ਗਿਆ ਸੀ ਪਟਿਆਲੇ। ਤਾਂ ਉਹ ਬੈਂਕ ਦੇ ਪੇਪਰ ਦਿੰਦੇ ਮੈਂ ਉੱਥੋਂ ਸਮਾਂ ਲੱਗ ਚੁੱਕਿਆ ਸੀਗਾ। ਤਾਂ ਮੈਂ ਜਦੋਂ ਚੜ੍ਹਦੀ ਕਲਾ ਦਫ਼ਤਰ ਦੇ ਵਿੱਚ ਗਿਆ, ਤਾਂ ਉੱਥੇ ਉਹਨਾਂ ਨੇ ਮੈਨੂੰ ਚੜ੍ਹਦੀ ਕਲਾ ਦਾ ਪਿੰਡ ਗੰਡੂਆ ਕਿਸ ਨਾਮ ਦਾ ਸਟੇਸ਼ਨ ਦਿੱਤਾ, ਤੇ ਉੱਥੇ ਮੈਂ ਪੱਤਰਕਾਰੀ ਕਰਦਾ। ਅੱਛਾ, ਇਹਦਾ ਮਤਲਬ ਤੁਸੀਂ ਕਾਲਜ ਪੜ੍ਹਦੇ ਆ, ਤੁਹਾਡਾ ਧਿਆਨ ਪੱਤਰਕਾਰੀ ਵੱਲ ਗਿਆ, ਨਾ ਕਿ ਹੋਰ ਸਾਹਿਤਕ ਜਿਵੇਂ ਕਹਾਣੀ ਲਿਖਣਾ ਜਾਂ ਕਵਿਤਾ ਲਿਖਣਾ, ਉਹ ਤਾਂ ਨਹੀਂ, ਪੱਤਰਕਾਰਤਾ ਵੱਲ। ਤੇ ਨਹੀਂ ਵੀਰ ਜੀ, ਉਹ ਗੱਲ ਕੀ ਹੈ ਜੀ, ਕਾਲਜ ਦੌਰਾਨ ਜਦੋਂ ਮੈਂ ਲਿਖਦਾ ਰਿਹਾ ਸੀਗਾ, ਇੱਕ ਮੈਂ ਕਹਾਣੀ ਲਿਖੀ ਸੀਗੀ। ਤੇ ਉਸ ਟਾਈਮ ਦੇ ਵਿੱਚ ਯਾਰੀ ਜੱਟ ਦੀ ਫਿਲਮ ਲਿਖੀ, ਵਰਿੰਦਰ ਦੀ ਸ਼ੂਟਿੰਗ ਹੋ ਰਹੀ ਸੀਗੀ। ਤੇ ਉਸ ਟਾਈਮ ਤੇ ਮੈਂ ਵੀ ਇੱਕ ਸਟੋਰੀ ਲਿਖੀ। ਤਾਂ ਉੱਥੇ ਹਰਪਾਲ ਟਮਾਣਾ ਦੇ ਸਵੇਤ ਸੀਗੇ, ਤੇ ਉੱਥੇ ਕੁਝ ਫਿਲਮ ਵਾਲਿਆਂ ਨਾਲ ਸੰਪਰਕ ਹੋਇਆ। ਤਾਂ ਉਹਨਾਂ ਨੇ ਮੈਨੂੰ ਬੜੀ ਹੱਲਾਸ਼ੇਰੀ ਦਿੱਤੀ ਵੀ ਕਾਕਾ, ਤੂੰ ਇਸ ਵਕਤ ਪਲੱਸ 1 ਦਾ ਵਿਦਿਆਰਥੀ ਆ, ਤੇਰੀ ਲਿਖਣ ਸ਼ੈਲੀ ਬਹੁਤ ਵਧੀਆ, ਤੂੰ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਬਣੇਗਾ। ਔਰ ਉਹਨਾਂ ਨੇ ਕਿਹਾ ਵੀ ਤੂੰ ਜੇ ਕਿਸੇ ਅਖਬਾਰ ਨਾਲ ਜੁੜਦੇ ਤਾਂ ਤੇਰੇ ਲਈ ਬਹੁਤ ਵਧੀਆ, ਕਿਉਂਕਿ ਪੱਤਰਕਾਰੀ ਲਈ ਬੜੇ ਖੁੱਲ੍ਹੇ ਦਰਵਾਜ਼ੇ ਹੁੰਦੇ ਨੇ। ਤਾਂ ਮੈਂ ਉੱਥੋਂ ਉਹਨਾਂ ਦੀ ਪ੍ਰਭਾਵਿਤ ਵੀ, ਮੈਂ ਚੜ੍ਹਦੀ ਕਲਾ ਅਖਬਾਰ ਨਾਲ ਇਸ ਤਰ੍ਹਾਂ ਸੰਪਰਕ ਰੱਖਿਆ। ਮੈਂ ਵੀ ਜੀ ਰਾਜਨੀਤਿਕ ਤੌਰ 'ਤੇ, ਆਰਥਿਕ ਤੇ ਆਪਣੇ ਕਲਾਕਾਰਾਂ ਬਾਰੇ ਫੀਚਰ ਲਿਖਣਾ ਚੜ੍ਹਦੀ ਕਲਾ ਦੇ ਵਿੱਚ, ਜੋ 1990 ਤੋਂ ਲੈ ਕੇ 1996 ਤੱਕ ਇਹ ਮੈਂ ਚੜ੍ਹਦੀ ਕਲਾ ਅਖਬਾਰ 'ਤੇ ਕੰਮ ਕਰਦਾ ਰਿਹਾ। ਤੇ ਪੱਤਰਕਾਰਤਾ ਨੂੰ ਪੜ੍ਹਨ ਤੋਂ ਬਾਅਦ ਫਿਰ ਪੰਜਾਬੀ ਟ੍ਰਿਬਿਊਨ ਨਾਲ ਕਦੋਂ ਆਏ? ਉਹਦੇ ਵਿੱਚ ਗੱਲ ਹੋਈ ਸੀ ਵੀਰ ਜੀ, ਜਦ ਜੀ ਜਦੋਂ ਨਾ ਮੇਰਾ ਵੱਡਾ ਸੁਪਨਾ ਹੈ ਸੀ, ਕਿਉਂਕਿ ਜਿਹੜਾ ਪੰਜਾਬੀ ਟ੍ਰਿਬਿਊਨ ਅਖਬਾਰ ਹੈ, ਵੈਸੇ ਤਾਂ ਸਾਰੇ ਅਖਬਾਰ ਆਪਣੇ ਆਪਣੇ ਪੱਧਰ ਤੇ ਬਹੁਤ ਵਧੀਆ ਵਰਕ ਕਰ ਰਹੇ ਨੇ, ਤੇ ਪੰਜਾਬੀ ਟ੍ਰਿਬਿਊਨ ਇੱਕ ਵੱਖਰੀ ਸੋਚ ਲੈ ਕੇ ਚੱਲਦਾ ਹੈ। ਤਾਂ ਮੇਰਾ ਇੱਕ ਸੁਪਨਾ ਸੀਗਾ ਵੀ ਮੈਂ ਹੁਣ ਚੜ੍ਹਦੀ ਕਲਾ ਅਖਬਾਰ ਦਾ ਪੱਤਰਕਾਰ ਬਣ ਗਿਆ।
ਔਰ ਮੇਰਾ ਵੀ ਮੈਂ ਕਿਤੋਂ ਨਾ ਕਿਤੋਂ ਪੰਜਾਬੀ ਟਰੂਨ ਕਰਾਂ। ਹੂੰ। ਔਰ ਮੈਨੂੰ ਲੱਗਦਾ ਵੀਰੇ ਜਦੋਂ ਮੈਂ ਪੰਜਾਬੀ ਟਰੂਨ ਪ੍ਰਾਪਤ ਕਰ ਲਈ ਮੈਨੂੰ ਬੜਾ ਸੰਘਰਸ਼ ਕਰਨਾ ਪਿਆ। 1 ਸਾਲ ਬਾਅਦ 1.5 ਸਾਲ ਬਾਅਦ 1996 ਦੇ ਵਿੱਚ ਮੈਂ ਪੰਜਾਬੀ ਟਰੂਨ ਜੁਆਇਨ ਕੀਤਾ ਗੁਰਬਚਨ ਸਿੰਘ ਭੁੱਲਰ ਜੀ ਦੌਰਾਨ। ਤੇ ਉਸ ਤੋਂ ਬਾਅਦ ਜਿਹੜੀ ਮੇਰੀ ਸਾਹਿਤਕ ਭੁੱਖ ਵੀ ਪੂਰੀ ਹੁੰਦੀ ਰਹੀ ਤੇ ਇਲਾਕੇ ਦੇ ਵਿੱਚ ਇੱਕ ਮੇਰਾ ਨਾਮ ਵੀ ਬਣਿਆ। ਸਾਰੇ ਜਿਹੜੀ ਗੱਲ ਬੰਦੇ ਬਿਊਰੋਕਰੇਟਸ ਬੰਦੇ ਆ ਉਹਨਾਂ ਨਾਲ ਵਧੀਆ ਲਿੰਕ ਹੋ ਗਏ ਤੇ ਫਿਲਮਾਂ ਦੇ ਨਾਲ ਨੇ ਤੇ ਵੱਖ-ਵੱਖ ਫਿਲਮਾਂ ਜਿਵੇਂ ਕਿ ਦਾਰਾ ਸਿੰਘ, ਮੇਲ ਮਿੱਤਰ ਤੇ ਕਲਾਕਾਰ ਬਹੁਤ ਸਾਰੇ ਜਿਨ੍ਹਾਂ ਦੇ ਮੈਂ ਇੱਥੇ ਨਾਮ ਬਹੁਤ ਲੰਬੀ ਲੈਣ ਬਣ ਜੂ ਤੇ ਜ਼ਿਆਦਾਤਰ ਮੇਰਾ ਝੁਕਾਅ ਫਿਲਮੀ ਸ਼ੂਟਿੰਗਾਂ ਦੀ ਕਵਰੇਜ ਕਰਨਾ 1996 ਤੋਂ ਲੈ ਕੇ 2000 ਤੱਕ ਮੈਂ ਇਸ ਤਰ੍ਹਾਂ ਕਰਦਾ ਰਿਹਾ। ਤੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਵੀਰ ਜੀ 1998 ਦੇ ਵਿੱਚ ਮੈਨੂੰ ਸੁਨੀਤਾ ਪਾਟਲ ਅਵਾਰਡ ਨਾਲ ਸਨਮਾਨਿਤ ਕੀਤਾ ਸੀਗਾ ਜਲੰਧਰ ਵਿਖੇ ਫਿਲਮੀ ਮੇਲੇ ਸੀ। ਅੱਛਾ। ਇਸ ਤਰ੍ਹਾਂ ਦਾ ਮੇਰਾ ਜਿਹੜਾ ਰੁਝਾਨ ਸੀਗਾ। ਅੱਛਾ, ਫਿਰ ਇਹ ਲੋਕ ਸੇਵਾ ਵੱਲ, ਸਮਾਜ ਸੇਵਾ ਵੱਲ ਇੱਧਰ ਕਿਵੇਂ ਪਾਸਾ ਪਰਤਿਆ? ਸਮਾਜ ਸੇਵਾ ਦਾ ਜਿੱਥੋਂ ਤੱਕ ਹੈਗਾ ਵੀਰ ਜੀ ਕਿਉਂਕਿ ਜਿਹੜਾ ਪੰਜਾਬੀ ਟਰੂਨ ਅਖਬਾਰ ਹੈ ਕੋਈ ਵੀ ਵਿਅਕਤੀ ਹੈ ਜਿਸ ਵੀ ਅਦਾਰੇ ਨਾਲ ਕੋਈ ਜੁੜਦਾ ਹੈ ਤਾਂ ਜਿਹੜੀ ਉਹਦੀ ਮਾਨਸਿਕਤਾ ਹੈ ਉਹ ਉਸੇ ਤਰ੍ਹਾਂ ਦੀ ਜੁੜ ਜਾਂਦੀ ਹੈ ਕਿਉਂਕਿ ਇੱਕ ਸਾਫ਼ ਸੁਥਰੇ ਅਖਬਾਰ ਦਾ ਮੇਰਾ ਰਿਪੋਰਟ ਸੀਗਾ। ਤੇ ਇੱਕ ਦਿਨ ਕੀ ਹੋਇਆ ਜੀ ਤੇ ਇੱਕ ਆਦਿਵਾਸੀਆਂ ਦੀ ਕੋਈ ਬੱਚੀ ਜਾਵੇ ਤੇ ਧੁੱਪ ਦੇ ਵਿੱਚ ਤਾਂ ਨੰਗੇ ਪੈਰੀ ਤਾਂ ਮੇਰੇ ਨਾਲ ਬੱਚੇ ਸੀਗੇ ਵਿਆਹ ਤੋਂ ਬਾਅਦ ਦੀ ਗੱਲ ਹੈ ਜੀ। ਤਾਂ ਉਸ ਟਾਈਮ ਤੇ ਤਾਂ ਜਦੋਂ ਮੈਂ ਦੇਖਿਆ ਮੈਂ ਕਿਤੇ ਬਾਜ਼ਾਰ 'ਚ ਗਿਆ ਉਹਦੇ ਵਾਸਤੇ ਚੱਪਲਾਂ ਲੈਣ ਧੁੱਪ ਦੇ ਵਿੱਚ ਉਹਦੇ ਮਤਲਬ ਪੈਰ ਸੜ ਰਹੇ ਸੀਗੇ। ਮੈਂ ਸੋਚਿਆ ਮਨਾ ਚਲੋ ਮੈਂ ਵੀ ਕੋਈ ਮਤਲਬ ਗਰੀਬ ਘਰ ਦੇ ਵਿੱਚ ਹੀ ਪੈਦਾ ਹੋਇਆ ਵੀ ਮੈਂ ਇਹ ਹਾਲਾਤ ਦੇਖੇ ਦਿਹਾੜੀਆਂ ਵੀ ਕੀਤੀਆਂ ਨੇ ਜੀ ਪਿੰਡਾਂ ਦੇ ਵਿੱਚ ਅੱਧੀ ਦਿਹਾੜੀ ਲੈ ਕੇ ਮੈਂ ਕੀ ਕਰਦਾ ਤਾਂ ਸਕੂਲ ਦੇ ਦੌਰਾਨ ਅਸੀਂ ਦਿਹਾੜੀ ਤੇ ਜਾਂਦੇ ਜੂਨ ਮਹੀਨੇ 'ਚ ਤੇ ਔਰ ਜਦੋਂ ਉਹ ਦਿਹਾੜੀ ਸਾਨੂੰ ਪੈਸੇ ਇਕੱਠੇ ਹੁੰਦੇ ਤਾਂ ਉਹਨਾਂ ਦੀ ਅਸੀਂ ਕਿਤਾਬਾਂ ਲੈ ਕੇ ਆਉਂਦੇ ਹੁੰਦੇ ਮਤਲਬ ਆਪਣੀ ਜਿਹੜੀ ਪੜ੍ਹਾਈ ਦਾ ਖਰਚਾ ਇਸ ਤਰ੍ਹਾਂ ਕਰਦੇ ਸੀਗੇ। ਔਰ ਮੈਂ ਬਾਈ ਜੀ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦਾ ਮੈਂ ਪੰਜਾਬ ਪਹਿਲੀ ਵਾਰ ਖੇਡਣ ਗਿਆ 1980-81 ਦੇ ਵਿੱਚ ਪਟਿਆਲੇ ਸਕੂਲ ਪੜ੍ਹਦੇ ਕਿ ਕਾਲਜ ਪੜ੍ਹਦੇ? ਨਹੀਂ ਸਕੂਲ ਪੜ੍ਹਦੇ ਹੋ ਅੱਛੀ ਗੱਲ ਦੱਸ ਰਿਹਾ ਤੁਹਾਨੂੰ। ਤੇ ਉੱਥੇ ਕੀ ਹੋਇਆ ਜੀ ਤੁਸੀਂ ਹੈਰਾਨ ਮੰਨੋਗੇ ਇੱਕ ਪਾਸੇ ਤਾਂ ਮੇਰੇ ਨਾਂ ਤੇ ਜਦੋਂ ਮੈਂ ਪੰਜਾਬ ਲਈ ਚੁਣਿਆ ਗਿਆ ਉਸ ਟਾਈਮ ਤੇ ਖੇਡਾਂ ਦੀ ਬੜੀ ਅਹਿਮੀਅਤ ਹੁੰਦੀ ਸੀ ਤੇ ਮੈਨੂੰ ਉਸ ਟਾਈਮ ਤੇ ਮੇਰੀ ਖੁਸ਼ੀ ਦੇ ਵਿੱਚ ਮਤਲਬ ਕਿ ਪੰਜਾਬ ਲਈ ਸਾਡਾ ਗੰਡੂਆ ਦਾ ਮੁੰਡਾ ਰਣਜੀਤ ਚੁਣਿਆ ਗਿਆ ਤੇ ਸੁੱਤੀ ਹੋਈ ਜਦੋਂ ਕਿ ਦੂਜੇ ਪਾਸੇ ਦੁੱਖ ਇਸ ਗੱਲ ਦਾ ਹੋਇਆ ਖੁਸ਼ੀ ਦੇ ਨਾਲ ਤਾਂ ਜਿਹੜੀ ਸੀਰ ਦੇ ਵਿੱਚੋਂ ਗੁੜ ਜਾਂ ਸ਼ੱਕਰ ਆਉਂਦੀ ਹੈ ਕਿਸਾਨਾਂ ਦੇ ਆਪਣੇ ਜ਼ਿਮੀਂਦਾਰਾਂ ਦੇ ਤੇ ਪਿਤਾ ਜੀ ਮੇਰੇ ਸੀਲ ਕਰਦੇ ਸੀ ਤਾਂ ਉਹ ਮੈਂ ਗੁੜ ਵੇਚ ਕੇ ਤਾਂ ਫਿਰ ਮੈਂ ਪੰਜਾਬ ਖੇਡਣ ਗਿਆ। ਇਸ ਤਰ੍ਹਾਂ ਦੇ ਹਾਲਾਤ ਮੇਰੇ ਦੇਖੇ ਹੋਏ ਤੇ ਇਹੀ ਮੈਂ ਉਹੀ ਆਪਣਾ ਮੇਰਾ ਬਚਪਨ ਦੀ ਜਿਹੜਾ ਮੈਂ ਉਸ ਨਿੱਕੀ ਜਿਹੀ ਇੱਕ ਕੁੜੀ ਤੋਂ ਲੱਭਿਆ ਵੀ ਬਾਕੀ ਹੈ। ਤਾਂ ਜਦੋਂ ਮੈਂ ਥੋੜਾ ਜਿਹਾ ਵਾਪਸ ਆਇਆ ਤਾਂ ਉਹ ਕੁੜੀ ਗਾਇਬ ਸੀ ਉੱਥੋਂ ਤਾਂ ਮੈਂ ਸੋਚਿਆ ਵੀ ਮੈਂ ਕੋਈ ਇਹਨਾਂ ਦਾ ਸਕੂਲ ਖੋਲ੍ਹਾਂ। ਭਾਈ ਜੀ ਫਿਰ ਮੈਂ ਜੀ ਉੱਥੇ ਢੇਹਾਂ ਦਾ ਜਿਹੜਾ ਸਕੂਲ ਉੱਥੇ ਖੋਲ੍ਹਿਆ ਮੈਂ ਬਸਤੀ 'ਚ ਗਿਆ ਔਰ ਮੇਰੇ ਨਾਲ ਡਾਕਟਰ ਮੱਘਰ ਸਿੰਘ ਸੀਗੇ ਜਿਹੜੇ ਸਮਾਜ ਸੇਵੀ ਨੇ ਜੀ ਜਿਹੜੇ ਐਜੂਕੇਸ਼ਨਿਸਟ ਨੇ ਜਿਹੜੇ ਇੱਥੇ ਡੀਓ ਵੀ ਰਹਿ ਚੁੱਕੇ ਆ ਸੀਓ ਵੀ ਰਹਿ ਚੁੱਕੇ ਆ। ਹਾਂ ਨਹੀਂ ਜੀ ਉਹ ਨਹੀਂ ਸਾਰਾ ਦੜਬਾ ਦੇ ਨੇ ਡਾਕਟਰ ਮੱਘਰ ਸਿੰਘ ਸਮਾਜ ਸੇਵੀ ਨੇ ਜੀ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਵੀ ਡਾਕਟਰ ਸਾਹਿਬ ਮੇਰੀ ਭਾਵਨਾ ਵੀ ਆਪਾਂ ਇਹਨਾਂ ਬੱਚਿਆਂ ਦਾ ਸਕੂਲ ਖੋਲ੍ਹੀਏ। ਤਾਂ ਸਵੇਰੇ ਮੈਂ ਦੇਖਦਾ ਹੁੰਦਾ ਤੇ ਉਹ ਲੀਰਾਂ ਵਗੈਰਾ ਚੁੱਕ ਕੇ ਜਾਂਦੇ ਸੀਗੇ ਤੇ ਮੈਂ ਉਹ ਬੱਚੀ ਮੇਰੇ ਮਨ ਦੇ ਵਿੱਚ ਗੱਡ ਗਈ ਵੀ ਮੈਂ ਇਹੋ ਜਿਹੇ ਬੱਚਿਆਂ ਨੂੰ ਪੜ੍ਹਾਵਾਂ ਬਾਈ ਜੀ। ਤੇ ਉੱਥੇ ਅਸੀਂ ਜਦੋਂ ਗਏ ਉਹਨਾਂ ਦੀ ਬਸਤੀ 'ਚ ਤਾਂ ਉਹਨਾਂ ਨੇ ਸਾਡੇ ਕੋਲੇ ਡਿਮਾਂਡ ਕੀਤੀ ਵੀ ਸਾਡੇ ਬੱਚੇ ਕਿਹੜਾ ਡੀਸੀ ਬਣਨਗੇ ਔਰ ਕਿਉਂਕਿ ਇਹ ਪਿੰਡਾਂ ਦੇ ਵਿੱਚ ਹੀ ਹਰ ਇੱਕ ਦੇ ਦਿਮਾਗ ਦੇ ਵਿੱਚ ਇਹੀ ਗੱਲ ਹੁੰਦੀ ਹੈ ਵੀ ਮੇਰਾ ਬੱਚਾ ਕਿਹੜਾ ਪੜ੍ਹ ਕੇ ਡੀਸੀ ਬਣੂ। ਤੇ ਉਹਨਾਂ ਦਾ ਵੀ ਜਦੋਂ ਅਸੀਂ ਇਹ ਦੇਖਿਆ ਤਾਂ ਅਸੀਂ ਉੱਥੇ ਉਹਨਾਂ ਨਾਲ ਗੱਲ ਕੀਤੀ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਇੱਕ ਕੀਮਤੀ ਗਹਿਣਾ ਦੇਣ ਆਇਆ ਵੀ ਜੇ ਤੁਸੀਂ ਮਤਲਬ ਅਸੀਂ ਸਕੂਲ ਖੋਲ੍ਹਾਂਗੇ। ਤਾਂ ਵੀਰ ਜੀ ਉਹਨਾਂ ਨੇ ਸੋਚਿਆ ਵੀ ਤੁਸੀਂ ਇੱਥੇ ਬਹੁਤ ਆਉਂਦੇ ਨੇ ਵੀ ਹੋ ਸਕਦਾ ਤੁਸੀਂ ਕਿਤੇ ਵੋਟਾਂ 'ਤੇ ਖੜਾ ਹੋਣਾ ਤੁਸੀਂ ਐਮਐਸਸੀ ਬਣਨਾ ਨਹੀਂ। ਅਸੀਂ ਆਖਿਆ ਵੀ ਇਸ ਤਰ੍ਹਾਂ ਦੀ ਸਾਡੀ ਭਾਵਨਾ ਹੈ ਵੀ ਅਸੀਂ ਤੁਹਾਨੂੰ ਪੜ੍ਹਾਈਏ ਜਿਹੜੇ ਬੱਚੇ ਤੁਹਾਡੇ ਸਵੇਰੇ ਲੀਰਾਂ ਆਪਣੇ ਉੱਥੋਂ ਚੁੱਕਦੇ ਨੇ ਲਿਫਾਫੇ ਚੁੱਕਦੇ ਨੇ ਵੀ ਅਸੀਂ ਉਹ 2 ਅੱਖਰ ਪੜ੍ਹਨਾ ਤਾਂ ਤੁਸੀਂ ਤੁਹਾਡੇ ਵਿੱਚ ਵੀ ਸੂਝ ਆ ਜੂਗੀ। ਤੇ ਉਸ ਤਰ੍ਹਾਂ ਦੇ ਮਕਸਦ ਨਾਲ ਵੀਰ ਜੀ ਸਾਡੇ ਨਾਲ ਕਿਹੜੇ ਸਾਲ ਦੀ ਗੱਲ ਹੈ ਇਹ ਸਾਰਾ ਹੈਗੀ ਹੈ ਇਹ 2004-05 ਦੀ ਗੱਲ। ਅੱਛਾ। ਤੇ ਉਸ ਟਾਈਮ ਤੇ ਜੀ ਕੀ ਹੋਇਆ ਤਾਂ ਉਹਨਾਂ ਨੇ ਮੈਂ ਅਚਾਨਕ ਹੀ ਮੈਨੂੰ ਗੱਲ ਆਉੜੀ ਤੇ ਮੈਂ ਕਿਹਾ ਦੱਸੋ ਜੀ ਆਪਾਂ ਕਰਦੇ ਅਸੀਂ ਆਖਿਆ ਵੀ ਤੁਹਾਨੂੰ ਉਹਨਾਂ ਨੇ 3000 ਪਰ ਬੱਚਾ ਮੰਗਿਆ ਜੀ। ਮੈਂ ਵੀ 3000 ਬੱਚਾ ਕੁਝ ਤਾਂ ਮੁਫਤ ਸਕੂਲ ਹੋ ਰਿਹਾ। ਉਹ ਕਹਿੰਦੇ ਜੀ ਪਤਾ ਕੀ ਇਹ ਬੱਚੇ ਸਾਡੇ ਸਵੇਰੇ ਕਾਗਜ਼ ਵਗੈਰਾ ਲਿਫਾਫੇ ਚੁੱਕਦੇ ਨੇ 100 ਰੁਪਏ ਦਾ। ਅੱਛਾ, ਘਰ ਵਾਲੇ ਜਿਹੜੇ ਸੀ ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਉਹਨਾਂ ਨੇ ਉਲਟੇ ਤੁਹਾਡੇ ਤੋਂ ਪੈਸੇ ਮੰਗੇ? ਸਾਡੇ ਤਾਂ ਪੈਸੇ ਮੰਗੇ ਫਿਰ ਅਸੀਂ ਤਾਂ ਬੱਚਾ ਸਕੂਲ ਭੇਜਾਂਗੇ ਜੇ ਤੁਸੀਂ 3000 ਰੁਪਏ ਮਹੀਨਾ ਸਾਨੂੰ ਦਿਓਗੇ। ਹਾਂਜੀ। ਅੱਛਾ। ਤੇ ਫਿਰ ਅਸੀਂ ਸੋਚਿਆ ਮੈਂ ਦਿਮਾਗ 'ਚ ਆਈ ਗੱਲ ਅਸੀਂ ਆਖਿਆ ਵੀ ਚਲੋ ਠੀਕ ਹੈ ਕੋਈ ਹੱਲ ਲੱਭਾਂਗੇ। ਅਸੀਂ ਆਖਿਆ ਵੀ ਅਸੀਂ ਪੜ੍ਹਾਉਣੇ ਵੀ ਜ਼ਰੂਰੀ ਨੇ
ਤਾਂ ਉਹਨਾਂ ਨੂੰ ਕਿਹਾ ਵੀ ਇਹ ਇਹਨਾਂ ਦੇ ਦਿਮਾਗ 'ਚ ਕਿਸ ਤਰ੍ਹਾਂ ਆਪਾਂ ਗੱਲ ਮਾਰੀਏ ਇਸ ਤਰ੍ਹਾਂ ਦੀ ਵੀ ਅਸੀਂ ਬੱਚੇ ਪੜਾਉਣੇ ਨੇ, ਕਿਉਂਕਿ ਇਹਨਾਂ ਨੂੰ ਕੋਈ ਸਮਝ ਨਹੀਂ ਹੈ। ਉਹਨਾਂ ਨੂੰ ਸਿਰਫ ਇਹ ਸੀਗਾ ਵੀ ਇਹ ਬੱਚੇ ਸਾਡੇ ਉਹ ਕਾਗਜ਼ ਲਿਫਾਫੇ ਵਿੱਚ ਚੁੱਕਦੇ ਨੇ, ਅਸੀਂ ਉਹਨਾਂ ਦੇ ਮੈਂ ਉੱਥੇ ਕਿਹਾ ਵੀ ਤੁਹਾਨੂੰ ਅਸੀਂ 15,000 ਰੁਪਇਆ ਦੇਵਾਂਗੇ। ਵੀਰ ਜੀ ਜਦ ਹੁੰਦੇ ਅਸੀਂ 15,000 ਤੋਂ ਉਹਨਾਂ ਨਾਲ ਕਮੈਂਟਮੈਂਟ ਕਰ ਲਿਆ ਵੀ ਤੁਹਾਨੂੰ ਪਰ ਮੰਥ ਦੇਵਾਂਗੇ। ਪਰ ਮੈਂ ਸੋਚਿਆ ਵੀ ਅਸੀਂ ਜੇ ਤੁਹਾਡਾ ਬੱਚਾ 30 ਦਿਨ ਪੂਰਾ ਹਾਜ਼ਰ ਰਹੂਗਾ ਤਾਂ ਅਸੀਂ ਤੁਹਾਨੂੰ 1,500 ਦੇਵਾਂਗੇ। ਚਲੋ ਜੀ, ਉਸ ਤੋਂ ਬਾਅਦ 10-15 ਦਿਨਾਂ ਤੱਕ ਅਸੀਂ ਉਹ ਬੱਚੇ ਦਾਖਲ ਕੀਤੇ ਬਕਾਇਦਾ ਰਜਿਸਟਰ ਦੇ ਵਿੱਚ। ਮੇਰੀ ਮਿਸਿਸ ਨੇ ਗੁਰਵਿੰਦਰ ਕੌਰ ਤੇ ਇੱਕ ਅਸੀਂ ਕੁੜੀ 500 ਰੁਪਏ ਦੇ ਵਿੱਚ ਰੱਖੀ। ਉਸ ਟਾਈਮ ਉਹਨੇ ਆਖਿਆ ਵੀ ਅਸੀਂ ਤੈਨੂੰ 500 ਰੁਪਏ ਦੇਵਾਂਗੇ ਆਪਣੇ ਪੜਾਉਣ ਵਾਸਤੇ ਟੀਚਰ। ਹਾਂਜੀ ਨਾਲ। ਤੇ ਸਾਡੇ ਕੋਲੇ 65 ਕੁ ਬੱਚੇ, ਮਤਲਬ 10 ਦਿਨਾਂ 'ਚ 75-72 ਬੱਚੇ ਸਾਡੇ ਕੋਲੇ ਹੋ ਗਏ ਜੀ। ਤੇ ਉਹਨਾਂ ਨੂੰ ਮੈਂ ਕੀ ਕੀਤਾ ਜੀ, ਕੋਈ ਤੁਹਾਡੇ ਵਰਗੇ ਯਾਰ ਦੋਸਤ ਪੱਤਰਕਾਰੀ ਤੌਰ ਤੇ ਮੇਰਾ ਵਧੀਆ ਉੱਤੇ ਹੋਲਡ ਸੀਗਾ, ਤੇ ਉੱਥੇ ਕਦੇ ਕੋਈ ਅਫਸਰ ਆ ਗਿਆ, ਕੋਈ ਬੈਂਕ ਵਾਲਾ ਆ ਗਿਆ ਮੇਰਾ ਦੋਸਤ, ਤਾਂ ਉਹਨਾਂ ਨੂੰ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਦੇ ਖਾਣ ਨੂੰ, ਕਦੇ ਕੋਈ ਪਕੌੜੇ ਮੰਗਾ ਲਏ ਬਾਈ ਜੀ, ਕਦੇ ਸਮੋਸੇ ਮੰਗਾ ਲਏ ਜਾਂ ਲੱਡੂ ਵੰਡਦੇ, ਕਿਉਂਕਿ ਉਹਨਾਂ ਬੱਚਿਆਂ ਦੇ ਵਿੱਚ ਮੈਂ ਉਹਨਾਂ ਨੂੰ ਅਸਲ ਵਿੱਚ ਜਾਗ ਲਾਉਣਾ। ਉਹ ਬੱਚੇ ਇਹਦੇ ਖੁਸ਼ ਹੋ ਕੇ ਫਿਰ ਆਉਣ ਲੱਗ ਗਏ। ਤੇ ਉਹ ਕੀ ਬਣਿਆ ਜਿਹੜਾ 3,000 ਰੁਪਏ ਮੰਗਦੇ? ਹਾਂ, ਉਹ ਮੈਂ ਤੁਹਾਨੂੰ ਦੱਸਦਾ ਬਾਈ ਜੀ, ਜਦੋਂ ਉਸ ਤਰ੍ਹਾਂ ਦੇ ਸਾਡੇ ਕੋਲੇ ਆਉਣ ਲੱਗੇ, ਮੇਰੇ ਫਿਰ ਦਿਮਾਗ 'ਚ ਆਈ ਬੱਚਿਆਂ ਦੇ ਵਿੱਚ ਬਾਈ ਜੀ ਪੜ੍ਹਾਈ ਦੀ ਇੰਨੀ ਭੁੱਖ ਹੋ ਗਈ ਜਿਸ ਤਰ੍ਹਾਂ ਖਾਣ ਦੀ ਹੁੰਦੀ ਹੈ। ਸਵੇਰੀ ਆ ਜਾਇਆ ਕਰਨ ਸਾਡੇ ਘਰ, 7 ਵਜੇ ਆ ਜਾਇਆ ਕਰਨ। ਘਰ ਦੇ ਪਰੇਸ਼ਾਨ ਵੀ ਕੁਛ ਹੋਏ, ਘਰ ਦੇ ਕਹਿੰਦੇ ਵੀ ਤੂੰ ਵੈਸੇ ਇਹ ਜਿਹੜਾ ਪੰਗਾ ਲਿਆ ਬਹੁਤ ਵਧੀਆ ਨਹੀਂ, ਇਹ ਤਾਂ ਬੱਚੇ ਸਾਨੂੰ ਪਰੇਸ਼ਾਨ। ਮੈਂ ਆਖਿਆ ਵੀ ਇਹਨਾਂ ਨੂੰ ਕੁਛ ਨਹੀਂ ਪਤਾ, ਇਹ ਤਾਂ ਇੱਕ ਕੋਰੇ ਕਾਗਜ਼ ਨੇ। ਅਸੀਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ, ਉਦੋਂ ਪਹਿਲਾਂ ਜੇ ਇਹਨਾਂ ਦੀ ਸੇਵਾ ਕਰ ਲਈ ਆਪਣੇ ਲਈ ਇੱਕ ਵਧੀਆ ਧਰਮ ਸਥਾਨ ਹੈ। ਸੋ ਇਸ ਕਰਕੇ ਅਸੀਂ ਉਸ ਮਕਸਦ ਨਾਲ ਮੈਂ ਆਪਣੇ ਬੱਚਿਆਂ ਨੂੰ, ਮਿਸਿਸ ਨੂੰ ਸਮਝਾਇਆ ਵੀ ਤੂੰ ਇਹਨਾਂ ਦੀ ਕੋਈ ਸੂਗ ਨਹੀਂ ਮੰਨਣੀ, ਕਿਉਂਕਿ ਪਰਮਾਤਮਾ ਦੀ ਜਾਂ ਪਹਿਲਾਂ ਹੀ ਸੇਵਾ ਕਰਦੇ। ਬਾਈ ਜੀ ਉਸ ਤੋਂ ਬਾਅਦ ਮੈਂ ਕੀ ਹੋਇਆ ਜੀ, ਤੇ 20 ਦਿਨ ਹੋਏ ਬੱਚਿਆਂ ਦੇ ਵਿੱਚ ਜਦੋਂ ਖਾਣ ਪੀਣ ਨੂੰ ਲਿਆ ਕਰਾਂ ਤੇ ਉਹਨਾਂ ਨੂੰ ਮੈਂ ਕਿੰਨਾ ਕਿੰਨੇ ਕਾਲਪਨਿਕ ਕਹਾਣੀਆਂ ਸੁਣਾਇਆ ਕਰਾਂ, ਬੱਚਿਆਂ ਦੇ ਦਿਮਾਗ ਥੋੜਾ ਜਿਹਾ ਉਸ ਤਰ੍ਹਾਂ ਕਰਨ ਲਈ। ਤੇ ਉਹ ਬੱਚੇ ਮੇਰੇ ਨਾਲ ਜੁੜ ਜਾ ਕਰਨ ਤੇ ਮੇਰਾ ਵੇਟ ਕਰਿਆ ਕਰਨ। ਜੇ ਮੈਂ ਕਿਤੇ ਪੱਤਰਕਾਰੀ ਤੌਰ ਤੇ ਕਿਤੇ ਫੀਲਡ 'ਤੇ ਜਾਂਦਾ ਤਾਂ ਬੱਚੇ ਮੇਰੀ ਕਹਾਣੀ ਸੁਣਨ ਲਈ ਬੜੇ ਉਤਾਵਲੇ ਹੁੰਦੇ। ਤੇ ਇਸ ਤਰ੍ਹਾਂ ਮੈਂ ਵੀਰ ਜੀ ਬੱਚਿਆਂ ਨੂੰ, ਮੇਰੇ ਕੋਲ 72 ਦੇ ਕਰੀਬ ਬੱਚੇ ਹੋ ਗਏ। ਤੇ ਅਸੀਂ ਉਹ 3,000 ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਤੇ 1500 ਜੋ ਸਾਡਾ ਐਗਰੀਮੈਂਟ ਹੋਇਆ ਸੀਗਾ। ਤਾਂ ਮੈਂ ਕੀ ਕੀਤਾ, ਉੱਥੇ ਮੇਰੇ ਦੋਸਤ ਜਿਵੇਂ SHO ਸਾਹਿਬ ਤੇ ਉੱਥੇ ਦੇ ਨਗਰ ਪੰਚਾਇਤ ਦੇ ਪ੍ਰਧਾਨ ਸੀਗੇ ਦਰਸ਼ਨ ਸਿੰਘ ਜੀ, ਡਾਕਟਰ ਮੱਗਰ ਸਿੰਘ ਜਿਹੜੇ ਮੈਡੀਕਲ ਅਫਸਰ ਨੇ, ਉਹ ਰਿਟਾਇਰ ਨੇ, ਤੇ ਇਸ ਤਰ੍ਹਾਂ ਅਸੀਂ ਤਹਿਸੀਲਦਾਰ ਸਾਹਿਬ ਤੇ ਮੈਂ ਪ੍ਰਮੁੱਖ ਬੰਦਿਆਂ ਨੂੰ, ਸ਼ਹਿਰ ਦੇ ਦੜਬਾ ਵਾਲਿਆਂ ਨੂੰ ਉੱਥੇ ਪ੍ਰੋਗਰਾਮ ਤੇ ਇੱਕ ਰੱਖਿਆ। ਤੇ ਜਿਹੜੀ ਉਹਨਾਂ ਨੇ ਇੱਕ ਸਵੇਰੇ ਲੀਰਾਂ, ਮਤਲਬ ਉਹ ਵੀ ਜਿਵੇਂ ਲਿਫਾਫੇ ਚੁੱਕਦੇ, ਉਹਨਾਂ ਦੀ ਪ੍ਰਧਾਨ ਸੀ ਰਾਣੀ ਕੌਰ, ਤੇ ਉਹਦੇ ਨਾਲ ਗੱਲ ਹੋਈ ਵੀ ਅਸੀਂ ਇੱਕ ਸਕੂਲ ਦੀ ਓਪਨਿੰਗ ਕਰਨੀ ਹੈ, ਤੇ ਇਸ ਤਰ੍ਹਾਂ ਦਾ ਅਸੀਂ ਸਕੂਲ ਖੋਲ੍ਹਣਾ, ਵੀ ਖੁੱਲਿਆ ਹੋਇਆ, ਤੁਹਾਡੇ ਬੱਚੇ ਪੜ੍ਹਾ ਰਹੇ ਹਾਂ, ਅਸੀਂ ਥੋੜੀ ਜਿਹੀ ਕਲਾਸਿੰਗ ਕਰਨੀ ਹੈ, ਤੇ ਵੀ ਉਹ ਤੁਸੀਂ ਆਏ। ਅਸੀਂ ਵੀਰ ਜੀ ਜਦਵਿੰਦਰ ਜੀ ਅਸੀਂ ਉਹਨੂੰ ਮੁੱਖ ਮਹਿਮਾਨ ਬਣਾਇਆ। ਅੱਛਾ, ਰਾਣੀ ਕੌਰ ਤੇ 2 ਦਿਨ ਪਹਿਲਾਂ ਨੂੰ ਮੈਂ ਸੁਨੇਹਾ ਲਾਤਾ ਸੀ, ਤਾਂ ਕੁਛ ਨਹੀਂ ਕਰਨਾ ਵੀ ਤੂੰ ਮੁੱਖ ਮਹਿਮਾਨ ਹੋ। ਵੀਰ ਜੀ ਅਸੀਂ ਕੀ ਕੀਤਾ, ਜਦੋਂ ਉਸ ਟਾਈਮ ਤੇ ਸ਼ਹਿਰ ਦੇ VIP ਲੋਕ ਬੈਠੇ, ਸਾਰੀ ਕਰੀਮ ਬੈਠੀ ਸੀ, ਤੇ ਉਸ ਟਾਈਮ ਤੇ ਮੈਂ ਉਸ ਨੂੰ ਜਦੋਂ ਮੁੱਖ ਮਹਿਮਾਨ ਬਣਾਇਆ, ਉਹਨੂੰ ਬਹੁਤ ਖੁਸ਼ੀ ਹੋਈ ਤੇ ਵੀ ਤੁਸੀਂ ਸਕੂਲ ਖੋਲ੍ਹਿਆ, ਬਹੁਤ ਵਧੀਆ। ਸਾਰੇ ਜਿਹੜੇ ਉਸ ਬਰਾਦਰੀ ਦੇ ਆਦਿਵਾਸੀ ਤੇ ਉਹਨਾਂ ਨੇ ਬੱਚਿਆਂ ਨੇ ਮਾਪੇ ਉਸ ਟਾਈਮ ਤੇ ਉਹ ਵੀ ਆ ਗਏ, ਤੇ ਉੱਥੇ ਮੈਂ ਉਹਨਾਂ ਦੇ ਖਾਣ ਪੀਣ ਵੀ ਮੰਗਾਇਆ। ਡਾਕਟਰ ਮੱਗਰ ਸਿੰਘ ਦਾ ਜੀ ਉੱਥੇ ਬਹੁਤ ਸਹਿਯੋਗ ਰਿਹਾ। ਤੇ ਅਸੀਂ ਉਹਨਾਂ ਨੂੰ ਜਦੋਂ ਮਤਲਬ ਇਸ ਤਰ੍ਹਾਂ ਦੇ ਉਹਨਾਂ ਦੀ ਇੱਕ ਮੈਂ ਵਰਦੀ ਵੀ ਪਾਤੀ, ਗੁਰਬਚਨ ਸਿੰਘ ਝਿੰਜਰ ਤੇਗਾ ਜੀ, ਉਹ ਵੋਟਾਂ ਨੇ ਖੜਾਇਆ ਸੀ ਬਲਾਕ ਸਾਨੂੰ। ਉਦੋਂ ਪਹਿਲਾਂ ਜੀ ਜਦੋਂ ਉਹ ਮੇਰੇ ਘਰੇ ਆਇਆ ਵੀ ਆਪਾਂ ਮੇਰੀ ਖਬਰ ਲਾ ਤੇ ਮੈਂ ਲੱਡੂ ਬਣਦਾ ਤੇ ਪਿੰਡਾਂ 'ਚ, ਤੇ ਮੈਂ ਉਹਨੂੰ ਆਖਿਆ ਵੀ 10 ਕਿਲੋ ਮੇਰੇ ਘਰੇ ਲਿਆ। ਭਾਈ ਜੀ ਜਦੋਂ ਉਹ 10 ਕਿੱਲੇ ਬਾਕੀ ਲਿਆਇਆ ਤਾਂ ਅਸੀਂ ਵੰਡੇ ਬੱਚਿਆਂ ਨੂੰ ਦਿੱਤੇ। ਤਾਂ ਉਸ ਬੰਦੇ ਦੀ ਇੰਨੀ ਭਾਵਨਾ ਹੋਈ ਦੇਖ ਕੇ, ਉਹ ਕਹਿੰਦੇ ਵੀ ਇਹ ਬੱਚੇ ਕੌਣ ਨੇ? ਮੈਂ ਆਖਿਆ ਜੀ ਇਹ ਉਹ ਆਦਿਵਾਸੀਆਂ ਦੇ ਬੱਚੇ ਨੇ। ਤੇ ਅਸੀਂ ਉਹਨੇ ਜੀ ਵਰਦੀ ਸਮਾਈ ਤੇ ਮੈਨੂੰ ਕਿਹਾ ਵੀ ਤੁਸੀਂ ਜਿੰਨੇ ਪੈਸੇ ਦੇ ਤੁਸੀਂ ਮੇਥੋਂ ਲੈ ਲਓ, ਤੇ ਮੈਂ ਇਹਨਾਂ ਨੂੰ ਜੋ ਮਰਜ਼ੀ ਵਰਦੀ ਦੇ। ਮੈਂ ਜੀ ਮੈਂ ਆਖਿਆ ਵੀ ਮੈਂ ਤਾਂ ਅਸੀਂ ਪੈਸਾ ਨਹੀਂ ਲੈਣਾ, ਤੁਸੀਂ ਆਪੀ ਟੇਲਰ ਬੁਲਾ ਲਓ। ਵੀਰ ਜੀ ਉਹਨਾਂ ਨੇ ਉਸੇ ਟਾਈਮ ਜਿਹੜੇ ਉਹ ਲੱਡੂ ਪਿੰਡਾਂ 'ਚ ਵੰਡਣੇ ਸੀਗੇ, ਉਹਨਾਂ ਨੇ ਉਹ ਲੱਡੂ ਵੰਡਣ ਤੋਂ ਡਿਲੇ ਕੀਤਾ ਘੰਟਾ 2 ਘੰਟੇ ਪਹਿਲਾਂ। ਉਹ ਬੱਚਿਆਂ ਲਈ ਇੱਕ ਟੇਲਰ ਮੰਗਾਇਆ, ਉਹਨਾਂ ਦਾ ਮਾਪ ਲਿਆ, ਸਾਰੇ ਬੱਚਿਆਂ ਦਾ ਮਾਪ ਲੈਣ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਜੀ, ਤੇ ਉਸ ਟਾਈਮ ਤੇ ਉਹਨਾਂ 10,000 ਰੁਪਏ ਖਰਚਾ ਆਇਆ। ਜਦੋਂ ਬੱਚਿਆਂ ਨੇ ਵਧੀਆ ਵਰਦੀ ਪਈ ਉਸ ਟਾਈਮ ਦੇ ਪ੍ਰੋਗਰਾਮ ਦੌਰਾਨ ਵੀ ਮੇਰੇ ਕੋਲੇ ਮੈਂ ਫੋਟੋ ਲੈ ਕੇ ਵੀ ਆਇਆ, ਵੈਸੇ ਮੈਨੂੰ ਪਤਾ ਸੀ ਇਸ ਗੱਲ ਦਾ। ਤੇ ਤੁਹਾਨੂੰ ਹਾਂ ਵਰਦੀਆਂ ਦੇ ਵਿੱਚੋਂ ਬੱਚੇ ਬਹੁਤ ਆਪਣੇ ਪੰਜਾਬੀ ਬੱਚਿਆਂ ਨਾਲ ਹੀ ਰਲ ਗਏ। ਤੇ ਉਸ ਟਾਈਮ ਤੇ ਜਦੋਂ ਉਹਨਾਂ ਦੇ ਮਾਪੇ ਵੀ ਬੜੇ ਖੁਸ਼ ਹੋਏ। ਚਲੋ ਜੀ ਜਦੋਂ ਸਾਡਾ ਫੰਕਸ਼ਨ ਹੋਇਆ ਸਾਰਾ, ਐਂਡ ਦੇ ਵਿੱਚ ਮੈਨੂੰ ਮੁੱਖ ਮਹਿਮਾਨ ਤੇ ਉਹਨੂੰ ਆਖਿਆ ਵੀ 2 ਸ਼ਬਦ ਨਹੀਂ ਬੋਲ। ਤੇ ਉਹਨਾਂ ਨੇ ਬੜੇ ਖੁਸ਼ ਹੋ, ਕਹਿੰਦੇ ਵੀ ਸਾਰੇ ਖੁਸ਼। ਤੇ ਉੱਥੇ ਵੀ ਅਸੀਂ ਲੱਡੂ ਵੰਡੇ, ਪ੍ਰੋਗਰਾਮ ਵਧੀਆ ਕਰਵਾਇਆ ਜਿਸ ਤਰ੍ਹਾਂ ਆਪਾਂ ਆਮ ਸਕੂਲਾਂ 'ਚ ਕਰਾਉਂਦੇ ਹਾਂ। ਤਾਂ ਮੈਂ ਉਹਨੂੰ ਇੱਕ ਕਿਹਾ ਵੀ ਮੁੱਖ ਮਹਿਮਾਨ ਤੋਂ ਹਰ ਇੱਕ ਬੰਦਾ ਕੋਈ ਨਾ ਕੋਈ
ਮੰਗਦਾ ਹੁੰਦਾ ਹੈ। ਉਹਨੇ ਕਿਹਾ ਵੀ ਮੈਂ ਤਾਂ ਤੈਨੂੰ ਕੀ ਦੇ ਸਕਦੀ, ਮੈਂ ਆਖਿਆ ਤੂੰ ਤੇਰੇ ਕੋਲ ਬਹੁਤ ਵੱਡਾ ਉਹ ਹੈ, ਕਿਉਂਕਿ ਅਸੀਂ ਇਹਨਾਂ ਬੱਚਿਆਂ ਨੂੰ ਕੀਮਤੀ ਗਹਿਣਾ ਦੇ ਦਿੱਤਾ, ਕਿਉਂਕਿ ਪੜ੍ਹਾਈ ਤੋਂ ਵੱਡਾ ਕੀਮਤੀ ਗਹਿਣਾ ਕੋਈ ਨਹੀਂ। ਤੇ ਅਸੀਂ ਆਖਿਆ ਵੀ ਇਹਨਾਂ ਨਾਲ ਅਸੀਂ ਐਗਰੀਮੈਂਟ ਕੀਤਾ ਵੀ 1500 ਰੁਪਇਆ ਪਰ ਬੱਚਾ ਦੇਵਾਂਗੇ ਜਦੋਂ 30 ਦਿਨ ਪੂਰੇ ਹੋ ਗਏ। ਉਸ ਟਾਈਮ ਤੇ 20 ਦਿਨ ਹੋਏ ਤੇ ਭਾਈ, ਤਾਂ ਫਿਰ ਉਹਨੇ ਸਟੇਜ ਤੇ ਚੜ੍ਹ ਕੇ ਕਿਹਾ, ਕਿਉਂਕਿ ਉਹਨਾਂ ਦੀ ਸਾਰਿਆਂ ਦੀ ਪ੍ਰਧਾਨ ਸੀਗੀ, ਕੋਈ ਵੀ ਫੈਸਲਾ ਕਰਦੀ ਉਹ ਕਰਦੀ, ਤਾਂ ਉਹਨੇ ਸਾਰਿਆਂ ਨੂੰ ਕਿਹਾ ਵੀ ਦੱਸੋ ਵੀ ਕੌਣ ਪੈਸੇ ਮੰਗਦਾ। ਉਸ ਟਾਈਮ ਤੇ ਬਾਈ ਜੀ ਕੀ ਸਥਿਤੀ ਆਈ, ਸਾਰਿਆਂ ਨੇ ਇੰਨਾ ਰਿਸਪੌਂਸ ਹੱਥ ਖੜੇ ਕਰਕੇ ਸੀ, ਕਹਿੰਦੇ ਕੋਈ ਪੈਸਾ ਨਹੀਂ ਲੈਣਾ। ਪਹਿਲਾਂ ਸਾਨੂੰ ਇਹ ਸੀ ਵੀ ਇਹ ਮਤਲਬ ਚੋਣ ਲੜ ਲਈਏ, ਪਤਾ ਨਹੀਂ ਵੋਟਾਂ ਵਾਸਤੇ ਆਏ ਨੇ, ਪਰ ਇਹ ਤਾਂ ਬਾਕੀ ਸਮਾਜ ਸੇਵਾ ਕਰਦੇ। ਇਸ ਕਰਕੇ ਜਿਹੜਾ ਸਾਡਾ ਉਹ 1500 ਰੁਪਏ ਦੇ ਇਸ ਕਰਕੇ ਸੀ ਵਧੀਆ ਢੰਗ ਨਾਲ ਬਚਾ ਲਿਆ। ਇਸ ਤਰ੍ਹਾਂ ਇਹ ਮਿਸ਼ਨ ਫਿਰ ਤੁਹਾਡਾ ਅਜੇ ਤੱਕ ਚੱਲ ਰਿਹਾ ਜਾਂ ਉਹ ਵੀਰ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ, ਤੇ ਅਸੀਂ ਨਾ ਮੈਂ ਆਪਣਾ ਪੀਟੀ ਕਰਨ ਲੱਗ ਗਏ ਸੀ, ਮੈਂ ਵੀ ਪੜ੍ਹ ਰਿਹਾ ਸੀਗਾ। ਪੜ੍ਹਨ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਅਸੀਂ ਉੱਧਰ ਬਿਜੀ ਹੋ ਗਏ ਦੋਏ, ਮੈਂ ਤੇ ਮੇਰੀ ਮਿਸ ਅਸੀਂ ਐਡਮਿਸ਼ਨ ਲੈ ਲਈ, ਤਾਂ ਉਸ ਟਾਈਮ ਤੇ ਅਸੀਂ ਕੁਝ ਸਮਾਂ ਅਸੀਂ ਪੜ੍ਹਾਇਆ, ਕੋਈ ਕੁੜੀ ਵੀ ਰੱਖੀ, ਚੱਲਦਾ ਰਿਹਾ 2-2.5-3 ਸਾਲ ਚੱਲਦਾ ਰਿਹਾ। ਤੇ ਉਸ ਟਾਈਮ ਤੇ ਫਿਰ ਮੈਂ ਕੀ ਕੀਤਾ ਬਾਈ ਜੀ, ਉਹ ਬੱਚੇ ਨਾ 5ਵੀਂ ਤੱਕ ਜਾਂ 4ਥੀ ਤੱਕ ਕਿਵੇਂ ਨਾ ਕਿਵੇਂ ਸਾਡੇ ਕੋਲੇ ਕੁਝ ਬੱਚੇ ਘਟ ਗਏ ਸੀ ਸਾਡੇ ਮਤਲਬ ਡਿਲੇ ਹੋਣ ਦੇ ਨਾਲ, ਤੇ ਫਿਰ ਉਹ ਬੱਚੇ ਮੈਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਦਾਖਲ ਕਰਵਾ, ਪਰੰਤੂ ਉਹਨਾਂ ਨੂੰ ਅਸੀਂ ਕੰਟੀਨਿਊ ਰੱਖਿਆ। ਹੁਣ ਵੀ ਸਾਡੇ ਕੋਲੇ 5-4 ਬੱਚੇ ਜਿਹੜੇ ਹੈਗੇ ਨੇ +2 ਤੱਕ 10ਵੀਂ ਤੱਕ ਪੜ੍ਹ ਰਹੇ ਨੇ, ਉਹ ਮੇਰੇ ਹਜੇ ਵੀ ਅਸੀਂ ਅਡਾਪਟ ਕੀਤੇ ਨੇ। ਡਾਕਟਰ ਮੁੱਗਾ ਸਿੰਘ ਦੀ ਬਦੌਲਤ ਮਤਲਬ ਪੜ੍ਹ ਰਹੇ ਨੇ। ਇਸ ਤਰ੍ਹਾਂ ਦਾ ਸਾਡਾ ਇਹ ਜਿਹੜੇ ਬੱਚੇ ਤੁਸੀਂ ਲੈ ਕੇ ਆਏ ਸਕੂਲਾਂ 'ਚ, ਉਹਨਾਂ ਦੇ ਢਹਿਆਂ ਦੇ ਉਸ ਬਸਤੀ ਦੇ ਵਿੱਚੋਂ, ਉਹਨਾਂ ਦੇ ਵਿੱਚੋਂ ਕੋਈ ਚੰਗਾ ਪੜ੍ਹ ਕੇ ਅੱਗੇ ਕਿਸੇ ਪੋਜੀਸ਼ਨ ਤੇ ਪਹੁੰਚਿਆ, ਕੋਈ ਲੱਗਿਆ ਹੋਵੇ, ਕੋਈ ਨੌਕਰੀ ਲੱਗਿਆ ਹੋਵੇ, ਜਾਂ ਉਹਦੀ ਜ਼ਿੰਦਗੀ ਦਾ ਜਿਹੜਾ ਉਹਦਾ ਰੰਗ ਬਦਲ ਗਿਆ ਹੋਵੇ, ਢੰਗ ਬਦਲ ਗਿਆ ਹੋਵੇ, ਹੈ ਉਹਦੇ ਵਿੱਚ ਵੀਰ ਜੀ ਗੱਲ ਕੀ ਹੈ, ਕਿਉਂਕਿ ਉਹਨਾਂ ਦੀ ਮਾਨਸਿਕਤਾ ਸਭ ਤੋਂ ਉਹੀ ਹੈ ਵੀ ਅਸੀਂ ਤੁਰੰਤ ਕੁਛ ਤੋਂ ਲਿਆਈਏ, ਕੁਝ ਵੇਚ ਵੱਟ ਕੇ ਜੋ ਵੀ ਅਸੀਂ ਚੀਜ਼ਾਂ ਖਰੀਦ ਉੱਥੋਂ ਲੈ ਆਉਂਦੇ ਹਾਂ ਲਿਫਾਫੇ ਵਗੈਰਾ, ਤੇ ਉਹਨਾਂ ਦੀ ਸਿਰਫ ਅਸੀਂ ਵੀਰ ਜੀ ਉਹ ਪੜ੍ਹਨ ਲਾਤੇ ਸੀਗੇ। ਕਿਉਂਕਿ ਮੈਂ ਸਕੂਲਾਂ ਵਾਲਿਆਂ ਨੂੰ ਵੀ ਕਈ ਨੂੰ ਚੈਲੰਜ ਕੀਤਾ ਕਿ ਇਹ ਬੱਚੇ 2 ਸਾਲਾਂ ਤੋਂ ਬਾਅਦ ਤੁਹਾਨੂੰ ਇਹ ਲਿਫਾਫੇ ਚੁਗਦੇ ਨਹੀਂ ਮਿਲਣਗੇ, ਤੁਹਾਨੂੰ ਇਹ ਬੋਰਡ ਪੜ੍ਹਦੇ ਦਿਖਣਗੇ ਬਾਜ਼ਾਰ ਦੇ ਵਿੱਚ। ਉਹ ਗੱਲ ਅਸੀਂ ਬਾਕੀ ਮੇਰੀ ਉਹ ਸਚਾਈ ਹੋਈ ਹੈ। ਤੇ ਕਈ ਬੱਚੇ 5ਵੀਂ 'ਚ 7ਵੀਂ ਤੱਕ 2 ਬੱਚੇ ਸਾਡੇ +2 ਕਰਕੇ ਗਏ ਨੇ, ਉਹਨਾਂ ਨੇ ਇੱਕ ਕਵਾੜੀਆਂ ਦੀ ਦੁਕਾਨ ਤੇ ਮੁੰਡਾ ਲੱਗਿਆ ਹੋਇਆ, ਤੇ ਇਸ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਉੱਥੇ ਸਕੂਲ 'ਚ ਵੀ ਬਹੁਤ ਗਾਈਡ ਕੀਤਾ। ਤੇ ਫਿਰ ਸਾਡੇ ਰੁਝੇਵੇ ਹੋਣ ਕਾਰਨ ਅਸੀਂ ਪਰੰਤੂ ਬੱਚਿਆਂ ਨਾਲ ਟੱਚ ਦਾ ਰਹੇ। ਉਹ ਫਿਰ ਅੱਗੇ ਫਿਰ ਉਹਨਾਂ ਦੇ ਜਿਹੜੇ ਮਾਪੇ ਸੀਗੇ, ਉਹਨਾਂ ਨੇ ਅੱਗੇ ਪੜ੍ਹਾਉਣ ਦੀ ਕੋਈ ਉਹ ਨਹੀਂ ਸੋਚੀ, ਪਰ ਜੋ ਜਿੰਨਾ ਸਾਡਾ ਮਿਸਟਰ ਸੀ ਉਹਨਾਂ 'ਚ ਪੜ੍ਹਾਉਣਾ ਹੈ। ਔਰ ਬਾਈ ਜੀ ਪੰਜਾਬੀ ਪੜ੍ਹਨ ਲੱਗ ਗਏ, ਤੇ ਜਿਹੜੀ ਬੋਲੀ ਉਹਨਾਂ ਨੂੰ ਸਾਨੂੰ ਸਮਝ ਨਹੀਂ ਆਉਂਦੀ ਤੇ ਉਹ ਬਿਲਕੁਲ ਹੀ ਪਿਓਰ ਔਰ ਸਾਫ਼ ਸੁਥਰੇ ਰਹਿਣ ਲੱਗ ਗਏ। ਅਨੁਸ਼ਾਸਨ ਦੀ ਉਹਨਾਂ ਦੇ ਵਿੱਚ ਭਾਵਨਾ ਆ ਗਈ, ਆਪਸੀ ਮੇਲ ਜੋਲ ਸਾਡੇ 3 ਸ਼ਬਦ 'ਚ ਅਨੁਸ਼ਾਸਨ, ਮੇਲ ਜੋਲ ਤੇ ਮਿਲਵਰਤਨ। ਬਾਕੀ ਉਹ ਬੱਚਿਆਂ ਦੇ ਵਿੱਚ ਅਸੀਂ ਵਾਤਾਵਰਨ ਸੰਬੰਧੀ ਉਹ ਸਾਫ਼, ਜਿਵੇਂ ਤੁਸੀਂ ਆਪ ਖੇਡਾਂ ਦੇ ਵੱਲ ਤੁਹਾਡੇ ਹੈ ਸੀ ਇੰਟਰਸਟ ਸੀ, ਤੁਸੀਂ ਉਹ ਬੱਚਿਆਂ ਅੰਦਰ ਵੀ ਖੇਡਾਂ ਦੀ ਭਾਵਨਾ ਕੋਈ ਪੈਦਾ ਕੀਤੀ? ਹਾਂ ਵੀਰ ਜੀ, ਖੇਡਾਂ ਪ੍ਰਤੀ ਵੀ ਅਸੀਂ ਉਹਨਾਂ ਨੂੰ ਪੂਰਾ ਅਸੀਂ ਬੱਚਿਆਂ ਨੂੰ ਜਾਗਰੂਕ ਕਰਦੇ ਰਹੇ, ਖੇਡਾਂ ਬਾਰੇ ਦੱਸਦੇ ਰਹੇ, ਕਿਉਂਕਿ ਖੇਡਾਂ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਹੈ। ਬੱਚਿਆਂ ਨੂੰ ਐਕਸਰਸਾਈਜ਼, ਮੈਂ ਸਵੇਰੇ ਕੀ ਕਰਦਾ ਅਸੈਂਬਲੀ ਵੇਲੇ ਪਤਾ ਨਹੀਂ ਬਕਾਇਦਾ ਅਸੀਂ ਆਪਣੇ ਕੋਠੇ ਦੇ ਉੱਪਰ ਥੋੜ੍ਹਾ ਜਿਹੜਾ ਮੇਰਾ ਮਕਾਨ ਸੀ, ਅਸੀਂ ਉੱਥੇ ਬਕਾਇਦਾ ਅਸੈਂਬਲੀ ਕਰਦੇ, ਜਾਂਦਾਂ ਨੂੰ ਪੜ੍ਹਾਉਂਦੇ, ਇੱਕ ਅਸੀਂ ਰਿਕਾਰਡਿੰਗ ਦੇ ਤੌਰ ਉੱਥੇ ਉਹਨਾਂ ਨੂੰ ਬੋਲਣਾ ਸਿਖਾਉਂਦੇ। ਤੇ ਉੱਥੇ ਵੀ ਅਸੀਂ ਐਕਟੀਵਿਟੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਗਤੀਵਿਧੀਆਂ ਹੁੰਦੀਆਂ ਨੇ, ਮੈਂ ਤਕਰੀਬਨ ਉਹ ਕਰਾਉਂਗਾ। ਇੱਕ ਗੱਲ ਬਾਈ ਜੀ ਤੁਹਾਨੂੰ ਹੋਰ ਦੱਸ ਦਿੰਦੇ ਹਾਂ, ਤੇ ਉੱਥੇ ਸਾਡੇ ਲਈ ਇੱਕ ਉਹਨਾਂ ਦੇ ਰੇਂਜ ਲਈ ਜਦੋਂ ਅਸੀਂ ਦੇਖਦੇ ਵੀ ਬੱਚਿਆਂ ਦਾ ਆਪਾਂ ਸਕੂਲ ਖੋਲ੍ਹਿਆ, ਆਪਣੇ ਖਾਣ ਪੀਣ ਲਈ ਹੈ ਨਹੀਂ, ਕੋਈ ਪਰਿਵਾਰ ਇਹੋ ਜਿਹੇ ਨੇ ਜੀ। ਫਿਰ ਉੱਥੇ ਵੀ ਮੇਰੀ ਭਾਵਨਾ ਹੋਈ, ਫਿਰ ਮੈਂ ਕਈ ਸਕੂਲ ਵਾਲਿਆਂ ਨਾਲ ਸੰਪਰਕ ਕੀਤਾ, ਜਾ ਕੇ ਤੇ ਗੁਰੂ ਘਰਾਂ 'ਚ ਜਾਂ ਅਸੀਂ ਧਾਰਮਿਕ ਸਥਾਨਾਂ ਨਾਲ ਮੈਂ ਸੰਪਰਕ ਕੀਤਾ ਵੀ ਸਾਨੂੰ ਜਾਂ 100-200 ਰੋਟੀ ਦੇ ਦਿਆ ਕਰੋ ਦੁਪਹਿਰ ਵੇਲੇ, ਤਾਂ ਕਿ ਅਸੀਂ ਬੱਚਿਆਂ ਨੂੰ ਦੁਪਹਿਰੇ ਰੋਟੀ ਖਵਾ ਦਈਏ। ਤੇ ਬਾਈ ਜੀ ਉੱਥੇ ਇਸ ਤਰ੍ਹਾਂ ਮੈਂ ਕਰਦਾ ਰਿਹਾ, ਪਰੰਤੂ ਲੰਬਾ ਸਮਾਂ ਨਹੀਂ ਚੱਲਿਆ, ਕਿਉਂਕਿ ਰੋਜ਼ ਇਹੋ ਜਿਹੇ ਨਹੀਂ ਮਿਲੇ। ਫਿਰ ਸਾਨੂੰ ਇੱਕ ਸਕੂਲ ਵਾਲਿਆਂ ਨੇ ਸਾਡਾ ਉਹ ਕੰਮ ਕੀਤਾ, ਸਾਨੂੰ ਦੁਪਹਿਰ ਦਾ ਖਾਣਾ ਕਿਵੇਂ ਨਾ ਕਿਵੇਂ ਉਸ ਸਮੇਂ ਤੇ ਕਰ, ਇਸ ਤਰ੍ਹਾਂ ਦੇ ਵਿੱਚ ਉਹਨਾਂ ਦਾ ਕਰਾਂ। ਅੱਛਾ, ਇਹ ਤਾਂ ਅਸੀਂ ਇੱਕ ਤੁਹਾਡਾ ਇਹ ਪਰਸਾ ਕਿ ਤੁਸੀਂ ਇਸ ਪਲੇਟਫਾਰਮ ਤੇ ਕੰਮ ਕੀਤਾ ਬੱਚਿਆਂ ਦੇ ਲਈ, ਇਸ ਤੋਂ ਬਿਨਾਂ ਹੋਰ ਕਿਹੜੇ ਤੁਸੀਂ ਨਾਲ ਕੰਮ ਕੀਤਾ, ਕਿਸੇ ਜਥੇਬੰਦਕ ਢਾਂਚੇ 'ਚ ਵੀ ਕੰਮ ਕੀਤਾ? ਨਹੀਂ, ਜਥੇਬੰਦਕ ਢਾਂਚਾ ਤਾਂ ਸਾਡਾ ਇੱਕ ਉੱਥੇ ਟਰਸਟੀ ਬਣਾਇਆ ਹੈ ਜੀ, ਜਿਹੜੇ ਡਾਕਟਰ ਮੁੱਦਰ, ਮੈਂ ਉਹਨਾਂ ਦਾ ਜ਼ਿਕਰ ਪਹਿਲਾਂ ਕੀਤਾ ਹੈ। ਤੇ ਉਹਦੇ ਵਿੱਚ ਅਸੀਂ ਕੀ ਕੀਤਾ, ਸਾਡਾ ਨੋਨ ਪੋਲੀਟੀਕਲ ਸੀ, ਕੋਈ ਸਾਡਾ ਸੀ ਉਹਦੇ ਵਿੱਚ ਪੋਲੀਟੀਕਲ ਬੰਦੇ ਨੂੰ ਨਹੀਂ ਬੁਲਾਉਂਦੇ ਸੀਗੇ। ਸਾਡੇ ਜਿੰਨੇ ਮਤਲਬ ਕੋਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ SSP ਹੁੰਦੇ, ਜਿਵੇਂ ਮਨਦੀਪ ਸਿੰਘ ਜੀ ਆਏ ਤੇ ਪਟਿਆਲੇ ਦੇ ਰਜਿੰਦਰ ਕਮਿਸ਼ਨਰ ਜਿਹੜੇ ਸਾਬਕਾ ਨੇ ਉਹ ਆਏ, ਤੇ ਜਾਂ ਉਹ ਡਾਕਟਰ ਮੁੱਦਰ ਜੀ ਦਾ ਤੁਸੀਂ ਜ਼ਿਕਰ ਕਰਕੇ ਬਹੁਤ ਇਮਾਨਦਾਰ ਅਫਸਰ ਤੇ ਇਸ ਤਰ੍ਹਾਂ ਉਹਨਾਂ ਨੂੰ ਅਸੀਂ ਬੁਲਾਉਂਦੇ ਸੀਗੇ। ਤੇ ਅਸੀਂ ਸਾਡਾ ਮੇਨ ਮਕਸਦ ਕੀ ਸੀ, ਬੱਚਿਆਂ ਨੂੰ ਕਿੱਤਾਮੁਖੀ ਪ੍ਰਤੀ ਜੋੜਨਾ, ਉਹਨਾਂ ਦੇ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨੀ, ਤੇ ਨਸ਼ਿਆਂ ਤੋਂ ਦੂਰ ਕਰਨਾ।
ਜਿਹੜੇ ਹੁਸ਼ਿਆਰ ਬੱਚੇ ਦੇ ਸਕੂਲਾਂ ਦੇ ਹਮ। ਅਸੀਂ ਉਹਨਾਂ ਦਾ ਬਕਾਇਦਾ ਸਨਮਾਨ ਕਰਦੇ। ਹਮ। ਔਰ ਉਹ ਸਨਮਾਨ ਸਾਡਾ ਇਸ ਤਰ੍ਹਾਂ ਸੀ ਵੀ ਜਿਹੜਾ ਵੀ ਬੱਚੇ ਅਸੀਂ ਸਕੂਲ ਵਾਲਿਆਂ ਨੂੰ ਜਾਂ ਅਸੀਂ ਡੀਓ ਨੂੰ ਜਿਹੜਾ ਵੀ ਸੰਬੰਧਿਤ ਡੀਓ ਹੁੰਦਾ ਸੀਗਾ ਹਮ। ਉਹਨਾਂ ਤੋਂ ਲਿਸਟ ਲੈ ਲੈਂਦੇ ਵੀ ਸਰਕਾਰੀ ਸਕੂਲਾਂ ਦੇ ਸਾਨੂੰ ਦੱਸੋ ਵੀ ਕਿਹੜੇ ਬੱਚੇ ਬੋਰਡ ਦੀਆਂ ਕਲਾਸਾਂ ਚੋਂ ਫਸਟ ਸੈਕਿੰਡ ਆਏ ਨੇ। ਤਾਂ ਅਸੀਂ ਬਾਈ ਜੀ 3 ਸਕੂਲ ਕੁੱਲ 14 ਕੁ ਸਕੂਲ ਚੁਣਦੇ ਹੁੰਦੇ ਤੇ 42 ਤੋਂ ਲੈ ਕੇ 50 ਕੁ ਬੱਚਿਆਂ ਦਾ ਅਸੀਂ ਹਰ ਸਾਲ ਸਨਮਾਨ ਕਰਦੇ ਆ ਰਹੇ ਹਾਂ। ਸ੍ਰੀ ਨੱਥਾ ਸਿੰਘ ਧਰਮਵਰ ਸਰਨਾ ਉਹਨਾਂ ਨਾਲ ਮੈਂ ਜੁੜਿਆ ਸੀਗਾ ਜੀ। 2011 ਦੇ ਵਿੱਚ ਫਿਰ ਮੈਂ ਆਪਣੇ ਪਿਤਾ ਦੇ ਨਾਂ ਤੇ ਇੱਕ ਟਰਸਟ ਬਣਾਇਆ ਜੀ, ਉਹਦੇ ਨਾਲ ਵੀ ਸਾਡਾ ਚੱਲ ਰਿਹਾ ਕੰਮ ਜੀ। ਹੁਣ ਵੀ ਅਸੀਂ ਇੱਕ ਮੈਗਜ਼ੀਨ ਛਾਪ ਰਹੇ ਹਾਂ ਉਸ ਟਰਸਟ ਦੇ ਰਾਹੀਂ। ਤੇ ਮੈਂ ਪਿਤਾ ਜੀ ਨਾਂ ਤੇ ਵੀ ਮੇਰੀ 2011 ਤੋਂ ਮੈਂ ਐਸਪੀ ਹੋ ਰਾਏ ਜੀ ਜੋ ਆਪਣੇ ਬਹੁਤ ਉਹਨੇ ਦੁਬਈ ਵਾਲੇ ਤੇ ਉਹ ਵੀ ਮਤਲਬ ਜਦੋਂ ਉਹਨਾਂ ਨੇ 33 ਬੱਚੇ ਜਿਹੜੇ ਪੰਜਾਬ ਦੇ ਫਾਂਸੀ ਤੋਂ ਬਚਾਏ ਨੇ ਦੁਬਈ 'ਚ, ਉਸ ਦਿਨਾਂ ਦੇ ਵਿੱਚ ਉਹ ਮੇਰੇ ਪ੍ਰੋਗਰਾਮ ਤੇ ਸਪੈਸ਼ਲ ਦੁਬਈ 'ਚ ਚੱਲ ਕੇ ਆਏ ਸੀਗੇ। ਤੇ ਉਹਨਾਂ ਨੇ ਅਸੀਂ ਕੀ ਕਰਦੇ ਹਾਂ ਵੀਰ ਜੀ, ਮੇਰੇ ਜੋ ਪਿਤਾ ਜੀ ਨਾਂ ਦੇ ਅਸੀਂ ਟਰਸਟ ਬਣਾਇਆ ਹੈ ਤੇ ਉਹਦੇ ਵਿੱਚ ਵੀ ਕੋਈ ਕਿਸੇ ਦਾ ਫੰਡ ਨਹੀਂ ਲੈਂਦੇ ਤੇ ਅਸੀਂ ਸਿਰਫ ਉਹਨਾਂ ਦੇ ਵਿੱਚ ਕੋਈ ਵਧੀਆ ਕੋਈ ਪੁਲਿਸ ਇੰਸਪੈਕਟਰ ਬਣਿਆ, ਕੋਈ ਕੁੜੀ ਜੱਜ ਬਣੀ ਸੀ, ਉਹਦਾ ਸਨਮਾਨ ਜਿਹੜੇ ਤੋਂ ਵਧੀਆ ਕੋਈ ਪੱਤਰਕਾਰੀ ਖੇਤਰ ਦੇ ਵਿੱਚ, ਕੋਈ ਸਾਹਿਤਕ ਦੇ ਵਿੱਚ ਉਹਨਾਂ ਦੀ ਅਸੀਂ ਚੋਣ ਕਰਕੇ ਹਰ ਸਾਲ ਮੈਂ ਸਨਮਾਨ ਕਰਦਾ ਆ ਰਿਹਾ। ਔਰ ਸਕੂਲਾਂ ਦੇ ਵਿੱਚ ਅਸੀਂ ਲੋੜਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਜਿੰਨੀ ਕਿ ਸਾਡੀ ਸਰਦਾ ਹੈ ਮਤਲਬ ਅਸੀਂ ਉਹ ਸਾਡਾ ਕੰਟੀਨਿਊ ਚੱਲ ਰਿਹਾ। ਆ ਪਿਛਲੀ ਵਾਰ ਅਸੀਂ ਨਹੀਂ ਕਰਿਆ ਕਰੋਨਾ, ਉਹ 11 ਸਾਨੂੰ 9 ਫੰਕਸ਼ਨ ਹੋ ਗਏ ਪਿਤਾ ਦੇ ਨਾਂ ਦੇ ਵਿੱਚ, ਅਸੀਂ ਹੁਣ ਐਤਕੀ ਫੇਰ ਉਹ ਕਰਵਾ ਰਹੇ। ਇਸ ਤਰ੍ਹਾਂ ਹੋਰ ਚੱਲ ਰਿਹਾ ਵੀ ਦੀ ਕੰਟੀਨਿਊ। ਕਿਸੇ ਹੋਰ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਇਸ ਤਰ੍ਹਾਂ ਕੋਈ ਆਪਣੇ ਹਲਕੇ ਦੇ ਵਿੱਚ? ਹਾਂ, ਉਸ ਤੋਂ ਬਾਅਦ ਬਾਈ ਜੀ ਇੱਕ ਮੈਂ ਥੋੜਾ ਯਾਦ ਕਰਾ ਲੈਣਾ, ਜੋ ਅਸੀਂ ਉਹ ਸਕੂਲ ਖੋਲਿਆ ਸੀਗਾ ਢਾਹੇ ਬਣਾ ਰਹੇ। ਕਈ ਲੋਕ ਮੈਨੂੰ ਉੱਥੇ ਮਖੌਲ ਕਰਦੇ ਵੀ ਤੈਨੂੰ ਇਹਦਾ ਬੈਨੀਫਿਟ ਕੀ। ਉਹ ਗੱਲ ਸੁਣ ਕੇ ਸਾਡੀਆਂ ਭਾਵਨਾਵਾਂ ਕੁਛ ਥੋੜ੍ਹੀਆਂ ਚੱਕਣਾ ਚੋਰ ਵੀ ਹੁੰਦੀਆਂ, ਪਰੰਤੂ ਬਾਈ ਮੈਨੂੰ ਬੈਨੀਫਿਟ ਬਹੁਤ ਮਿਲਦਾ। ਤਾਂ ਸਾਡੇ ਉੱਥੇ ਦਰਬੇ ਇਲਾਕੇ ਦੇ ਵਿੱਚ ਇੱਕ NGO ਆਈ ਸਰ, ਉਹਨਾਂ ਨੂੰ 1 ਸਾਲ ਦਾ ਠੇਕਾ ਮਿਲਿਆ ਤੇ ਉਹਨਾਂ ਨੇ ਵੀਰ ਜੀ ਇੱਕ AI ਵਲੰਟੀਅਰ ਰੱਖਣੇ ਸੀਗੇ ਤੇ ਮੈਨੂੰ ਉਹਨਾਂ ਨੇ ਜ਼ਿਲ੍ਹਾ ਸੰਗਰੂਰ ਦਾ ਕੋਆਰਡੀਨੇਟਰ ਬਣਾਇਆ। ਮੈਨੂੰ ਸਿਰਫ ਇਹ ਦੇਖ ਕੇ ਵੀ ਇਸ ਬੰਦੇ ਨੇ ਇੱਕ ਸਕੂਲ ਖੋਲ੍ਹਿਆ, ਕਿਉਂਕਿ ਆਸਟ੍ਰੇਲੀਆ ਤੋਂ ਵੀ ਕਈ NRI ਉਹ ਮੇਰੇ ਬੱਚੇ ਦੇਖਣ ਆਏ ਵੀ ਇਹਨੇ ਤੇ ਸਾਨੂੰ ਸਕੂਲ ਖੋਲ੍ਹਿਆ ਤੇ ਉਸ ਕਰਕੇ ਮੈਂ ਜਦੋਂ ਉਹ ਇਹਨਾਂ ਨਾਲ ਮੈਂ ਐਗਰੀਮੈਂਟ ਕੀਤਾ ਤੇ ਇਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਜੁੜੋ ਤੇ ਮੈਂ ਤੁਹਾਡਾ ਕੰਮ ਹੈ ਸਿਰਫ ਤੁਸੀਂ AI ਟੀਚਰ ਭਰਤੀ ਕਰ ਲੈਣੀ। ਬਾਈ ਜੀ ਮੈਂ ਜਿਹੜੇ ਪਿੰਡ ਦੇ ਵਿੱਚ ਜਾਇਆ ਕਰਾਂ ਹਰ ਇੱਕ ਸਰਪੰਚ ਨੂੰ ਮੈਂ ਉਹਨਾਂ ਨੂੰ ਕਿਹਾ ਕਰਾਂ ਵੀ ਕੋਈ ਪਿੰਡ ਦੀ ਕੋਈ ਗਰੀਬ ਘਰ ਦੀ ਕੁੜੀ ਆ, ਕੋਈ ਮੈਨੂੰ ਦੱਸੋ ਤਾਂ ਲੋੜਵੰਦ ਹੈ, ਤਾਂ ਉਹਦੀ ਅਸੀਂ ਇੱਧਰ ਕਰ ਰਹੇ AI ਵਲੰਟੀਅਰ ਬਣਾਉਣਾ। ਬਾਈ ਮੈਂ 2 ਮਹੀਨਿਆਂ ਦੇ ਵਿੱਚ 177 ਜਿਹੜੇ ਹੈਗੇ ਨੇ ਮੈਂ ਲੜਕੀਆਂ ਤੇ ਮੁੰਡੇ, ਜ਼ਿਆਦਾਤਰ ਮੈਂ ਲੜਕੀਆਂ ਨੂੰ ਰੱਖਿਆ ਕਿਉਂਕਿ ਲੜਕੀਆਂ ਲੋੜਵੰਦ ਨੇ, ਕਿਉਂਕਿ ਉਹਨਾਂ ਨੇ ਆਪਣੇ ਵਿਆਹ ਲਈ ਸਮਾਨ ਕਰਨਾ ਹੁੰਦਾ ਤੇ 2000 ਤੋਂ ਲੈ ਕੇ 3500 3000 ਅਸੀਂ ਮਤਲਬ ਉਹਨਾਂ ਦੀ ਯੋਗਤਾ ਅਨੁਸਾਰ ਦਿੰਦੇ ਸੀ। ਤਾਂ ਉੱਥੇ ਮੈਨੂੰ ਵੀ ਚੰਗਾ ਮਤਲਬ ਕਿ ਵਧੀਆ ਮੇਰੀ ਤਨਖਾਹ ਹੋਣ ਲੱਗ ਗਈ ਸੀਗੀ, ਮੈਂ ਵਧੀਆ ਦਿੱਤੀ ਹੈ ਤਨਖਾਹ ਤੇ ਉਹਦੇ ਨਾਲ ਹੀ ਮੈਨੂੰ ਵੱਡਾ ਜਿਹੜਾ ਪੁੰਨ ਦਾ ਕੰਮ ਮਿਲਿਆ ਵੀ ਮੈਂ ਉਹਨਾਂ ਲੋਕਾਂ ਨੂੰ 150 ਬੱਚਿਆਂ ਨੂੰ ਰੁਜ਼ਗਾਰ ਦਿੱਤਾ ਹੈ ਜੋ ਬਾਈ ਜੀ ਅੱਜ ਮੌਜੂਦਾ ਸਮੇਂ ਹੁਣ ਸਿੱਖਿਆ ਬੋਰਡ ਦੇ ਦਫ਼ਤਰ 'ਚ ਬੈਠੇ ਨੇ। ਉਹਨਾਂ ਦੇ ਵਿੱਚ 150 ਸਵਾ 100 ਦੇ ਕਰੀਬ ਉਹ ਬੱਚੇ ਨੇ, ਉਹ ਕੁੜੀਆਂ ਨੇ ਜਿਹੜੀਆਂ ਮੇਰੀਆਂ AI ਮੈਂ ਆਪ ਭਰਤੀ ਕੀਤੇ। ਮੈਨੂੰ ਇਸ ਗੱਲ ਦਾ ਵੱਡਾ ਮਾਣ ਹੈ ਜੋ ਕਿਸੇ ਇੱਕ ਵੱਡੇ ਤੋਂ ਵੱਡੇ ਲੀਡਰ ਦੇ ਹਿੱਸੇ ਨਹੀਂ ਆਇਆ ਜੋ ਮੈਂ ਉਹ ਟੀਚਰ ਭਰਤੀ ਕੀਤੇ ਨੇ ਤੇ ਇਸ ਤਰ੍ਹਾਂ ਦੀ ਮਤਲਬ ਹੋਈ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ੍ਰੀ ਅਕਾਲ।